ਧੰਨ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹਲਾ ਪੰਜਵਾ। ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਦ ਪਛਾਣ। ਹਾਥ ਦੀ ਰਾਖੀ ਕਰ ਆਪਣੀ, ਸਦਾ ਸਦਾ ਰੰਗ ਮਾਨ। ਸਾਚਾ ਸਾਹਿਬ ਸਦ ਮਿਹਰਬਾਨ, ਬੰਦ ਪਾਇਆ ਮੇਰੇ ਸਤਿਗੁਰ ਪੂਰੈ। ਹੋਈ ਸਰਬ ਕਲਿਆਣ ਰਹਾਉ, ਜਿਉ ਪਾਈ ਪਿੰਡ ਜਿਨ ਸਾਜਿਆ। ਜਿੱਤਾ ਪਹਿਨਣ ਖਾਣ, ਆਪਣੀ ਦਾਸ ਕੀ ਆਪ ਪੈਜ ਰਾਖੀ। ਨਾਨਕ ਸਦ ਕੁਰਬਾਨ, ਜਿਉ ਪਾਈ ਪਿੰਡ ਜਿਨ ਸਾਜਿਆ। ਜਿੱਤਾ ਪਹਿਨਣ ਖਾਣ, ਆਪਣੀ ਦਾਸ ਕੀ ਆਪ ਪੈਜ ਰਾਖੀ। ਨਾਨਕ ਸਦ ਕੁਰਬਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨੁੱਖ ਦਾ ਇੱਕ ਮੁੱਢ ਕਦੀਮੀ ਸੁਭਾਅ ਹੈ। ਇਹ ਆਪਣੇ ਕਰਮਾਂ ਦਾ, ਆਪਣੇ ਔਗਣਾਂ ਦਾ ਦੋਸ਼ੀ ਕਿਸੇ ਦੂਜੇ ਨੂੰ ਠਹਿਰਾਉਂਦਾ ਹੈ। ਆਪਣੇ ਕੀਤੇ ਕਰਮਾਂ ਦੀ, ਗਲਤੀਆਂ ਦੀ ਇਹ ਆਪ ਕਬੂਲ ਨਹੀਂ ਕਰਦਾ ਵੀ ਮੇਰੀ ਇਹ ਭੁੱਲ ਹੈ। ਇਸੇ ਤਰ੍ਹਾਂ ਕਦੇ ਸਮੇਂ ਨੂੰ, ਕਦੇ ਕਰਮਾਂ ਨੂੰ, ਕਦੇ ਕਿਸੇ ਹੋਰ ਨੂੰ, ਬੜੀਆਂ ਚੀਜ਼ਾਂ ਨੂੰ ਇਹ ਦੋਸ਼ੀ ਠਹਿਰਾਉਂਦਾ ਹੈ। ਉਹਦੇ ਵਿੱਚੋਂ ਰੱਬ ਨੂੰ ਵੀ ਦੋਸ਼ੀ ਠਹਿਰਾਉਂਦਾ ਹੈ। ਹੈਰਾਨੀ ਦੀ ਗੱਲ ਹੈ। ਗੁਰਦੇਵ ਸੱਚੇ ਪਾਤਸ਼ਾਹ ਨੇ ਰੱਬ ਦੇ ਸੁਭਾਅ ਦੀ ਪਹਿਚਾਣ ਕਰਵਾਈ ਹੈ। ਤੈਨੂੰ ਰੱਬ ਦਾ ਸੁਭਾਅ ਪਤਾ ਲੱਗ ਜਾਏ, ਉਹਦਾ ਸੁਭਾਅ ਕਿਹੋ ਜਿਹਾ। ਹਜ਼ੂਰ ਕਹਿੰਦੇ ਸਾਚਾ ਸਾਹਿਬ ਸਦ ਮਿਹਰਬਾਨ। ਉਹ ਤੇ ਸਦੀਪ ਸੱਚਾ ਸਾਹਿਬ ਹੈ। ਇੱਕ ਇੱਕ ਗੱਲ ਦਾ ਰਸ ਪੀਣ ਦੀ ਕੋਸ਼ਿਸ਼ ਕਰਿਓ ਜੀ। ਦੁਨੀਆ ਵਿੱਚ ਕਹਿਣ ਨੂੰ ਸਾਹਿਬ ਬਹੁਤ ਹੁੰਦੇ ਨੇ। ਸਾਹਿਬ ਦਾ ਅਰਥ ਹੁੰਦਾ ਮਾਲਕ। ਪਰ ਯਾਦ ਰੱਖੋ, ਇਹ ਸਾਰੀ 4 ਦਿਨਾਂ ਦੀ ਚਾਂਦਨੀ ਵਾਲੀਆਂ ਗੱਲਾਂ ਨੇ। ਅੱਜ ਕੋਈ ਮਾਲਕ ਹੈ ਤੇ ਕੱਲ ਕੋਈ ਨਹੀਂ ਹੋਏਗਾ। ਇੱਥੋਂ ਤੱਕ ਮੈਂ ਬੇਨਤੀ ਕਰਾਂ, ਜਿਨ੍ਹਾਂ ਦੇ ਨਾਵਾਂ ਨਾਲ ਬਹੁਤ ਵੱਡਾ ਸ਼ਬਦ ਸ਼ਾਹ ਵੀ ਜੁੜਿਆ ਹੋਇਆ ਨਾ, ਤੇ ਉਹਨਾਂ ਦੀ ਵੀ ਅੱਜ ਕੋਈ ਕਹਾਣੀ ਨਹੀਂ ਹੈ। ਅਹਿਮਦ ਸ਼ਾਹ ਅਬਦਾਲੀ, ਨਾਦਰ ਸ਼ਾਹ, ਮੁਹੰਮਦ ਸ਼ਾਹ ਰੰਗੀਲਾ, ਕਿੱਡੇ ਕਿੱਡੇ ਸ਼ਾਹਾਂ ਦੀ ਗੱਲ ਸੀ, ਪਰ ਅੱਜ ਕੋਈ ਨਹੀਂ ਹੈ। ਸਾਹਿਬ ਕਹਿੰਦੇ ਮੈਂ ਤੈਨੂੰ ਸਾਹਿਬ ਦੀ ਪਹਿਚਾਣ ਕਰਵਾਉਣਾ ਚਾਹੁੰਦਾ ਹੈ। ਉਹ ਸਾਹਿਬ ਇੱਕੋ ਹੀ ਹੈ ਜਿਹੜਾ ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਜਿਸ ਜ਼ਮੀਨ ਜਾਇਦਾਦ ਦਾ ਮਾਲਕ ਕੱਲ ਮੇਰਾ ਪਿਤਾ ਸੀ, ਅੱਜ ਮੈਂ ਹੈ, ਕੱਲ ਬੱਚਿਆਂ ਨੇ ਬਣ ਜਾਣਾ। ਸਿਰਫ ਪੇਪਰਾਂ 'ਚ ਨਾਮ ਬਦਲਦਾ ਹੈ, ਹੁਣ ਤੇ ਕੁਛ ਵੀ ਨਹੀਂ ਹੁੰਦਾ। 4 ਦਿਨਾਂ ਬਾਅਦ ਸਾਹਿਬ ਹੀ ਖਤਮ ਹੋ ਜਾਂਦੀ। ਸਾਹਿਬ ਕੇਵਲ ਇੱਕੋ ਹੀ ਹੈ। ਔਰ ਉਹ ਸਾਹਿਬ ਵੀ ਇਹੋ ਜਿਹਾ ਹੈ, ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾਰ। ਤੋਂ ਇੱਕ ਤਾਂ ਗੱਲ ਪੱਲੇ ਬੰਨ ਲਈਏ, ਮਨਾ ਜੇ ਕੋਈ ਦੁਨੀਆ 'ਚ ਸਾਹਿਬ ਹੈ ਤਾਂ ਸਾਚਾ ਸਾਹਿਬ ਇੱਕੋ ਹੀ ਹੈ। ਦੂਜੀ ਗੱਲ, ਉਹ ਮਿਹਰਬਾਨ ਹੈ। ਬਹੁਤ ਵਾਰੀ ਮਨੁੱਖ ਨੂੰ ਭੁਲੇਖਾ ਲੱਗਦਾ ਹੈ
ਇਹ ਜ਼ਬਾਨ ਨਾਲ ਹੀ ਗੱਲ ਕਹਿ ਦਿੰਦਾ ਮੇਰਾ ਪਤਾ ਨਹੀਂ ਕਿਹੜੀ ਗੱਲੋਂ ਰੱਬ ਦੋਸ਼ੀ ਹੋਏ, ਰੱਬ ਬੇਰੀ ਬਣਿਆ, ਮੈਂ ਪਤਾ ਨਹੀਂ ਕਿ ਰੱਬ ਦੇ ਮਾਂ ਮਾਰ ਲਏ। ਬੜੇ ਸ਼ਬਦ ਐਸੇ ਜੋੜ ਦਿੰਦਾ ਰੱਬ ਨੂੰ ਗੁਲਾਮੇ ਦੇਣ ਲੱਗਿਆ। ਗੁਰਮਤਿ ਨੇ ਬੜੀ ਪਿਆਰੀ ਵਿਚਾਰ ਸਮਝਾਈ ਸੀ, ਤੂੰ ਸ਼ੁਕਰਾਨਾ ਕਰਨਾ ਸਿੱਖ, ਗੁਲਾਮੇ ਨਹੀਂ। ਉਹ ਤੇ ਭਲਿਆ ਮਿਹਰਬਾਨ ਹੈ, ਜੇ ਤੂੰ ਉਹਦੀਆਂ ਮਿਹਰਬਾਨੀਆਂ ਵੱਲ ਨਜ਼ਰ ਮਾਰੇ ਤੇਰਾ ਸ਼ਰਮ ਨਾਲ ਸਿਰ ਝੁਕ ਜਾਏਗਾ। ਭਈ ਜਿੱਡੀਆਂ ਉਹਦੀਆਂ ਮਿਹਰਬਾਨੀਆਂ ਨੇ, ਮੇਰਾ ਤਾਂ ਸ਼ੁਕਰ ਹੀ ਕੋਈ ਨਹੀਂ ਉਹਦੇ ਮੁਕਾਬਲੇ ਵਿੱਚ। ਉਹਦੀਆਂ ਕਿੱਡੀਆਂ ਮਿਹਰਬਾਨੀਆਂ ਨੇ। ਸਾਹਿਬ ਜੀ ਆਖਦੇ ਨੇ, ਰਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਕਰਬ ਅਗਨ ਮੈਂ ਜਿਨੇ ਉਬਾਰਿਆ। ਬਾਰ ਵਿਵਸਥਾ ਤੁਝੇ ਪਿਆਰੇ, ਦੂਧ ਭਰ ਜੋਬਨ ਭੋਜਨ ਸੁਖ ਸੂਦ। ਬਿਰਧ ਭਇਆ ਉਪਰ ਸਾਖ ਸੈਨ, ਮੁਖ ਅਪਿਆਓ ਬੈਠਕੂ ਦੈਨ। ਇਹੇ ਨਿਰਗੁਣ ਗੁਣ ਕਛੂ ਨ ਬੁਝੈ। ਕਦੇ ਸ਼ੁਕਰ ਨਹੀਂ ਕਰਦਾ ਮਾਲਕ ਦਾ, ਬਖਸ਼ ਲਿਓ ਤੋਂ ਨਾਨਕ ਸੀਜੈ। ਕਿੱਡੀਆਂ ਮਿਹਰਬਾਨੀਆਂ ਨੇ। ਜਿਨ ਕੀਤਾ ਮਾਟੀ ਤੇ ਰਤਨ, ਗਰਭ ਮੈਂ ਰਾਖਿਆ ਜਿਨ ਕਰ ਜਤਨ। ਜਿਨ ਦੀਨੀ ਸ਼ੋਭਾ ਵਡਿਆਈ, ਤਿਸ ਪ੍ਰਭ ਕੋ 8 ਪਹਿਰ ਤੇ ਆਈ। ਉਹਦੀਆਂ ਕਿੱਡੀਆਂ ਮਿਹਰਬਾਨੀਆਂ ਨੇ। ਉਹਨੇ ਧਰਤੀ ਵਰਤਣ ਨੂੰ ਦਿੱਤੀ ਹੋਈ ਹੈ। ਉਹਦੀਆਂ ਕਿੱਡੀਆਂ ਮਿਹਰਬਾਨੀਆਂ ਨੇ। ਉਹ ਆਕਸੀਜਨ ਫ੍ਰੀ ਦਿੰਦਾ ਹੈ। ਉਹਦੀਆਂ ਕਿੱਡੀਆਂ ਮਿਹਰਬਾਨੀਆਂ ਨੇ। ਕੁਦਰਤ ਕਿੰਨੇ ਫਲ ਤੈਨੂੰ ਖਾਣ ਨੂੰ ਦਿੰਦੀ ਹੈ, ਕਿੰਨਾ ਕੁਝ ਤੈਨੂੰ ਖਾਣ ਪਹਿਨਣ ਨੂੰ ਦਿੰਦੀ ਹੈ। ਉਹਦੀਆਂ ਕਿੱਡੀਆਂ ਮਿਹਰਬਾਨੀਆਂ ਨੇ। ਸੂਰਜ ਦਾ ਕਦੇ ਬਿੱਲ ਤਾਰਿਆ ਉਹ ਬੰਦਿਆਂ ਤੋਂ। ਇਹ ਸਾਰੀਆਂ ਉਸੇ ਦੀਆਂ ਮਿਹਰਬਾਨੀਆਂ ਨੇ। ਅਸੀਂ ਕੀ ਬਣਾਇਆ ਜਿਹਦੇ ਤੇ ਮਾਣ ਕਰਨੇ ਆ। ਮਾਲਕ ਵੀ ਉਹ ਹੈ, ਸਾਹਿਬ ਵੀ ਉਹ ਹੈ, ਪਰ ਉਹ ਸਾਹਿਬ ਮਿਹਰਬਾਨ ਹੈ। ਮਨਾ ਤੂੰ ਨਿਰੇ ਗੁਲਾਮੇ ਨਾ ਦੇਈ ਜਾਇਆ ਕਰ, ਉਹਦਾ ਸ਼ੁਕਰ ਕਰਿਆ ਕਰ। ਮੈਂ ਛੋਟੀ ਛੋਟੀਆਂ ਉਦਾਹਰਨਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਇੱਕ ਨੌਜਵਾਨ ਕਿਸੇ ਦਰਵੇਸ਼ ਕੋਲ ਜਾਇਆ ਕਰਦਾ ਸੀ। ਦਰਵੇਸ਼ ਨੇ ਹਰ ਵਾਰੀ ਆਪਣੇ ਸੁਭਾਅ ਦੇ ਅਨੁਸਾਰ ਇਹ ਗੱਲ ਕਹਿਣੀ, ਭਲਿਆ ਕਿੱਡਾ ਸੋਹਣਾ ਤੈਨੂੰ ਰੱਬ ਨੇ ਸਰੂਪ ਦਿੱਤਾ ਹੈ, ਦੇ ਰੂਪਤਾ ਦਿੱਤੀ ਹੈ, ਸ਼ੁਕਰ ਕਰਿਆ ਕਰ, ਉਸ ਮਾਲਕ ਦਾ ਧੰਨਵਾਦ ਕਰਿਆ ਕਰ। ਨੌਜਵਾਨ ਨੇ ਆਈ ਗਈ ਗੱਲ ਕਰਦੇ ਨਹੀਂ। ਇੱਕ ਦਿਨ ਕਾਹਲਾ ਪੈ ਗਿਆ, ਕਹਿਣ ਲੱਗਿਆ ਬਾਬਾ ਮੈਂ ਜਦੋਂ ਤੇਰੇ ਕੋਲ ਆਉਣਾ ਤੂੰ ਇੱਕੋ ਹੀ ਗੱਲ ਲੈ ਕੇ ਬੈਠ ਜਾਣਾ, ਕੋਈ ਹੋਰ ਵੀ ਗੱਲ ਕਰ ਲਿਆ ਕਰ। ਤੂੰ ਇੱਕੋ ਹੀ ਗੱਲ ਦੇ ਬੰਨੇ ਲੱਗੇ। ਮੈਨੂੰ ਇੱਕ ਗੱਲ ਦੱਸ ਵੀ ਮੈਂ ਰੱਬ ਦਾ ਕਾਹਦਾ ਸ਼ੁਕਰ ਕਰਾਂ, ਉਹਨੇ ਦਿੱਤਾ ਕੀ ਹੈ ਮੈਨੂੰ। ਫਕੀਰ ਹੱਸ ਪਿਆ, ਕਹਿਣ ਲੱਗੇ ਕੀ ਚਾਹੁੰਦਾ? ਕਹਿਣ ਲੱਗੇ ਵਧੀਆ ਸ਼ਹਿਰ 'ਚ ਇੱਕ ਬਹੁਤ ਵਧੀਆ ਘਰ ਹੋਵੇ, ਕੀਮਤੀ ਗੱਡੀਆਂ ਖੜੀਆਂ ਹੋਣ, ਨੌਕਰ ਚਾਕਰ ਹੋਣ, ਥੋੜਾ ਬੈਂਕ ਬੈਲੈਂਸ ਹੋਵੇ। ਕਹਿੰਦੇ ਬਸ ਬਸ ਬੜੀ ਜਲਦੀ ਕਹਾਣੀ ਮੁਕਾ ਲਈ। ਕਹਿਣ ਲੱਗੇ ਹਾਂ। ਕਹਿਣ ਲੱਗੇ ਤੂੰ ਕੱਲ ਨੂੰ ਆ ਜਾਈਂ, ਜੋ ਚਾਹੇਗਾ ਨਾ ਉਹ ਤੈਨੂੰ ਮਿਲ ਜਾਏਗਾ, ਕੱਲ ਨੂੰ ਆ ਜਾਈਂ। ਦੂਜੇ ਦਿਨ ਆ ਗਿਆ, ਚਾਅ ਸੀ ਬੜਾ। ਫਕੀਰ ਉਹਨੂੰ ਲੈ ਕੇ ਕਿਸੇ ਨੇੜੇ ਹਸਪਤਾਲ ਵਿੱਚ ਚਲਾ ਗਿਆ। ਜਾ ਕੇ ਡਾਕਟਰਾਂ ਨੂੰ ਕਹਿਣ ਲੱਗਾ ਵੀ ਇਸ ਨੌਜਵਾਨ ਨੇ ਆਪਣੀ ਇੱਕ ਅੱਖ ਵੇਚਣੀ ਹੈ, ਇਹਦੀ ਅੱਖ ਖਰੀਦ ਲਵੋ ਤੇ ਤੁਸੀਂ ਦੱਸੋ ਕਿੰਨੇ ਪੈਸੇ ਦਿਓਗੇ। ਕਿੰਨੇ ਹੀ ਅਮੀਰਾਂ ਦੀਆਂ ਲਾਈਨਾਂ ਲੱਗ ਗਈਆਂ, ਭਲਿਆ ਤੂੰ ਆਪਣੀ ਅੱਖ ਦਾਨ ਕਰ, ਚੈੱਕ ਖਾਲੀ ਫੜ, ਤੂੰ ਜਿੰਨੇ ਦਾ ਮਰਜ਼ੀ ਭਰ ਲੈ, ਅਸੀਂ ਨਹੀਂ ਮੁੱਲ ਤੈਅ ਕਰਦੇ, ਤੂੰ ਮਰਜ਼ੀ ਨਾਲ ਭਰ ਲੈ। ਉਹ ਕਹਿਣ ਲੱਗਿਆ ਬਾਬਾ ਕਿੱਥੇ ਲੈ ਕੇ ਆ ਗਿਆ, ਮੇਰੀ ਸੁੰਦਰਤਾ ਖਰਾਬ ਹੋ ਜਾਏਗੀ, ਮੇਰੀ ਅੱਖ ਵੇਚ ਦਿੱਤੀ, ਦੂਜੀ ਅੱਖ ਦਾ ਕੀ ਬਣੇਗਾ, ਮੈਂ ਅੱਖ ਨਹੀਂ ਵੇਚਣੀ। ਕਹਿੰਦੇ ਚਲੋ ਠੀਕ ਹੈ ਨਾ ਅੱਖ ਵੇਚ। ਕਹਿਣ ਲੱਗੇ ਦੂਜੇ ਡਿਪਾਰਟਮੈਂਟ 'ਚ ਜਾ ਕੇ ਕਹਿੰਦੇ ਇਹਨੇ ਆਪਣੀ ਕਿਡਨੀ ਵੇਚਣੀ। ਕਿਡਨੀ ਕਿਹੜਾ ਬਾਹਰ ਦਿਸਦੀ ਹੈ, ਇਹਨੇ ਆਪਣੀ ਕਿਡਨੀ ਵੇਚਣੀ ਹੈ ਤੇ ਥੋੜਾ ਬਹੁਤਾ ਮੁੱਲ ਚਾਹੀਦਾ। ਕਿੰਨੇ ਲੋਕ ਫਿਰ ਇਕੱਠੇ ਹੋ ਕੇ ਤਰਸਦੇ ਜ਼ਿੰਦਗੀ ਨੂੰ ਤਰਸਦੇ। ਕਹਿਣ ਲੱਗੇ ਅਸੀਂ ਮੁੱਲ ਦੇਣ ਨੂੰ ਤਿਆਰ ਹੈ, ਤੂੰ ਮੰਗ ਸਹੀ ਕੀ ਮੰਗ ਰਹੇ ਹੈ, ਸਾਨੂੰ ਸਾਹ ਦੇ ਦੇ ਉਧਾਰੇ ਸੱਜਣਾ। ਕਹਿਣ ਲੱਗਿਆ ਮੈਂ ਕਿਡਨੀ ਵੀ ਨਹੀਂ ਕਢਵਾਉਣੀ ਬਾਬਾ, ਵਾਪਸ ਚੱਲ। ਕਹਿੰਦੇ ਕਿਉਂ? ਕਹਿੰਦੇ ਹੁਣ ਮੈਂ ਸ਼ੁਕਰ ਕਰਾਂਗਾ, ਮੈਨੂੰ ਅੱਜ ਪਤਾ ਲੱਗਿਆ ਤੇਰਾ ਤਾਂ ਇੱਕ ਹੀ ਕੰਗ ਕਿੱਡਾ ਮਹਿੰਗਾ ਵਿਕਦਾ ਹੈ, ਮੈਂ ਤੇ ਕਦੇ ਕਦਰ ਹੀ ਨਾ ਜਾਣੀ। ਉਹ ਤੇ ਬਹੁਤ ਮਿਹਰਬਾਨ ਹੈ ਮਨਾ, ਜਿਸ ਦਿਨ ਅੰਗ ਨਕਲੀ ਲਵਾ ਲੈਣਾ ਕਿੰਨੀ ਕੇਅਰ ਕਰਨੀ ਪੈਂਦੀ। ਜਿਸ ਦਿਨ ਮਾਲਕ ਨੇ ਜੋ ਕੁਝ ਦਿੱਤਾ ਹੈ ਉਹ ਮਿਹਰਬਾਨੀ ਕਰਕੇ ਦਿੱਤਾ ਹੋਇਆ। ਦੂਜੀ ਉਦਾਹਰਨ ਦੇਣ ਲੱਗੇ, ਤਵੱਜੋ ਦੇ ਕੇ ਸਮਝਿਓ।
एक राजा ते वजीर नाल कुछ साथी लैके शिकार खेडन गए। सबब बनिया जंगल विच शिकार खेडदियां रस्ता भुल गए ते राजा ते वजीर दोवें रह गए, बाकी साथी विछड़ गए, रस्ता लभे ना कोई। सवेर तो शाम पै गई, भुख बड़ी लगी। राजा कहन लग्या भी कुछ खाण दा प्रबंध कर। जिन्हां कोल खाना सी उत्ते विछड़ गए। वजीर ने घूम फिर के देखा कि दरख्त नूं फल लग्या, कहन लग्या फल लग्या तोड़ लेने। राजे ने तीर मारिया, फल तोड़ लिया, वजीर ने सांभ लिया। हुण दोने भुखे ने, बड़ी नेड़ता वजीर दी राजे दे नाल। राजे ने अद्धा फल तोड़िया, अद्धा वजीर नूं दे दित्ता, अद्धा आप खाण लगा। ते जदों वजीर ने फल खाधा ते उस वेले कहन लगा भी राजन जे तुसीं बुरा ना मनाओ, मैनूं थोड़ा जिहा अद्धा होर दे सकदे हो। राजा बड़ा हैरान होया भी अगे तो इन्हें कदे इहो जी गलती नहीं की। आखिरकार आपां दोवें विचर रहे, दोवें भुखे हैं, एक फल मिलिया, वो चो अद्धा तैनूं मैं पहले ही दे दिता है। चलो फिर सोचिया विगाड़नी चंगी नहीं हुंदी। उन्हें अपने अद्धे विचों अद्धा होर दे दिता। हुण एक हिस्सा राजे कोल है, 3 हिस्से वजीर कोल ने। वजीर ने वो 3 हिस्से फटाफट खा के जिहड़ा चौथा सी ना वो राजे कोलों मंगण दी बजाए हुण फिर दोबारा एक बारी क्या कहन लगे मैनूं ये भी दे दे। कहन लगे नहीं। उन्हें झपकी मारी, खो लिया ते वो खा लिया। राजे नूं बड़ा क्रोध आया भी कमाल है, इहो जिहा दुश्मन बंदा मेरे नाल तुरिया फिरदा, मैनूं अज पता लग्या। पर उन्हें कहा कुछ ना, जंगल का रस्ता है। आखिरकार उन्हें राजे के हत्थां नाल जो निक्का मोटा किणका लग्या रह गया, उन्हें वही अपनी जबान नाल लाया ते राजा कुरला उठिया, थुक्का सुटदे कहन लग्या एडा जहर वर्गा फल, एडा जहर वर्गा फल तू खा किवें लिया। वजीर दी अखां च पानी आ गया, कहन लगे राजन किसी गरीब के घरों तो चुक के लेके आया सी, मैनूं कित्थे दा कित्थे पहुंचा दिता है। जिन्नियां दातां अज तक तेरे हथों मिलियां मैं सारियां खुश होके खादियां। जे अज तेरे हथों एक छोटा जिहा कौड़ा फल मिल गया तो मैं इतराज करके खावां, ये गल जचदी नहीं। मैनूं अज भी तेरा कौड़ा फल भी मिठे वर्गा ही स्वाद लग्या, तेरे बारों बुखारी इन्ने ने मैनूं कौड़ा भी कौड़ा नहीं लग्या। जिस दिन मनुख ने समझ लिया ना भी वो मेहरबान है, उस दिन तो सजना फिर दुख का उलामा नहीं दवेगा। फिर ये गल कवेगा केतियां दुख भोग सदमार ए भेदात तेरी दातार, तो तेरी दातार। एक छोटी जी उदाहरण होर दें। इस्लाम की दुनिया च एक बहुत शिखरां नूं छूई हुई बीबी का नाम है राबिया। इस्लाम च दी बड़ी महानता है। राबिया दे कोल कुछ फकीर आए। राबिया गल करदी कहन लगी कोई गल सुनाओ धर्म दी, तुसी दरवेश हो। वो कहन लगे भी मैं इन्नी गल ही कहने चाहना है भी जदों बंदा रब्बी इबादत करदा है, नमाज़ां पढ़दा है, खुदा दा शुक्र करदा है ते उहदी रहमत दा दरवाजा खुल जांदा है। वो चुप कर गई राबिया। फकीर बड़ा हैरान होया, वो कहन लगे कुछ बोली क्यों नहीं। कहन लगी की बोलना, पता नहीं तुसी धर्मी हो के भी लोगों को क्यों गुमराह करती रहती हो। कहन लगे क्यों। कहन लगी मैनू ये दस भी रब का दरवाजा बंद कदों हुंदा है। तो कहनी रब का दरवाजा नमाज़ां पढ़िया खुल जाता है, रब का दरवाजा बंद कदों हुंदा। वो तो है ही मेहरबान, तो खुला ही रखता दरवाजा, जद मर्जी आके खड़का। सजना तेरे खड़काउण च देरी है, वो सुनने च देरी नहीं है। साचा साहिब सद मेहरबान। एक मेहरबानी का जिक्र होर करा। बंद पाया मेरे सतगुर पूरे, मेरे सतगुरु पूरे ने बन्ना ला दिता, रोक ला दी। मेरा जीवन भी विकारां विच माया विच हट जाना सी, पर मेरे सतगुरु ने, ये रब की रहमत है, कृपा करें जे अपनी
नदर करें जे अपनी ता नदरी सतगुर पाया। जदों मैं कूक पुकार करना तो गुरु नूं भेज देने मैनूं संभालण वास्ते। बंद पाया मेरे जीवन विच रोक पा दित्ती। मेरे कोल नहीं सी ताकत, मैं रुक जांदा, मैनूं तो पता ही नहीं सी। मैं कदे काम का पल्ला पकड़ के तुर पैना, कदे क्रोध का पल्ला पकड़ के तुर पैना। किड्डे किड्डे महान लोग ने दुनिया विच जिहड़े सिर्फ वक्त नाल अपने काम नूं बस विच ना कर सके ते शख्सियत नूं दाग लवा के बैठ गए। फिर शुक्र ना करिए उस दाते दा जिन्हें जीवन की चादर मैली नहीं होण दित्ती, किरपा कर दित्ती, सतगुरु रहिंदी भी लंघा दी। उन्हें बनना पाया, मेरे सतगुरु ने बनना पाया। मेरे कोल ताकत नहीं सी मैं काम नूं बस विच कर लैंदा, मेरे कोल ताकत नहीं सी मैं क्रोध नूं बस विच कर लैंदा, मेरे कोल ताकत नहीं मैं मोह ममता नूं बस विच कर लैंदा। ये मेरे सतगुरु ने बनना पा दिता। बंद पाया मेरे सतगुर पूरे, होई सर्व कल्याण। मेरे जीवन का समुचा कल्याण हो गया। मेरे जीवन विच केवल ते केवल हुण आनंद ही है। मैनूं डर ही कोई नहीं, मालिक ने रहन ही नहीं दिता। ये बनना केवल गुरु पा सकता है, क्योंकि गुरु कोल ताकत है, मेरे कोल उन्नी ताकत नहीं है। जदों मैं गुरु कोलों ताकत लेके लड़दा है तो मैं जित लेना सारिਆਂ ਨੂੰ। गुरुदेव के बचन ने, मैं गुरुदेव के बचन ही साझे करा। निहत्ते पंज जवान में गुर थापी डट्टी कंड जियो। कहते मैं तो पांच ही जवान जित ले। निहत्ते का अर्थ होंदा जित लेना। मैं तो पांच जवान ही जित ले ने। कदों जिते? गुर थापी डट्टी कंड जियो, जदों गुरु ने थापी डट्टी। तो किड्डा मेहरबान है, बंदिया तू उन्होंने लामे दे जाने। साजा साहिब सद मेहरबान, बंद पाया मेरे सतगुर पूरे, कोई सर्व कल्याण। जियो पाए पिंड जिन साजिया। माफ करे, पहलियां पंक्तियां पढ़िए। हमरी गणत ना गणिया काई, अपना बिरद पछाण। बड़े ध्यान नाल इस पंक्ति के अर्थ समझियो जी। हमरी साडी, गणत गिणतियां करना, लेखा करना। ना गणिया काई, उन्हें कुछ नहीं विचारिया। मेरिया कमियां कमजोरियां नूं, मेरिया गलतियां नूं उन्हें कुछ भी नहीं विचारिया। हमरी गणत ना गणिया काई, वो नहीं विचारदा। अपना बिरद पछाण, वो अपने सुभाव की पहचान करता है। एक उदाहरण फिर देन लगा। एक दोषी किसी वकील को गया। वो कहन लग्या भी तू पहला मैनू अपने दोष की कहानी सच्ची सच्ची दस, लुको ना रखी। उन्हें दस दी। कहन लगे फिर तू इवें दी इवें जज को दस दी। वो डर गया दोषी। कहने लगे जे इवें जज को दस फिर तो दोष स्पष्ट ही है, मैं कबूल ही कर रहे हैं। ये दुनिया की अदालतों च भावें ना चलता हो, पर गुरु की अदालत में चलता है। साहब कहते तू कबूल कर ले, मुकर ना रब की दरगाह च, क्योंकि वह देखता है सब कुछ, वो जानता है। तू कबूल कर ले गोबिंद हम ऐसे अपराधी, जिन प्रभ जियो पिंड था दिया, तिसकी भाव भगत नहीं साधी। फिर कह लगे गुरु नूं कह लगे भी तेनू वकील बनाने का की फायदा होया, जे मैं सचो सच दसदा फिर मैं दोषी हो गया। कहना ये बचा मैं लवांगा, तू दस सच दई, बचा मैं लवांगा। कह लगे किवें बचाएगा? कह लगे मेरे वकीलों को नुकते होंदे ने। फिर गुरु ने रब नूं कहा, कह लगे रब्बा ਇਹਦਾ ਤਾਂ ਸੁਭਾਅ ਹੈ ਭੁੱਲਣ ਵਾਲਾ। ਇਹ ਜਿਹੋ ਜਿਹਾ ਸੁਭਾਅ ਸੀ ਉਹ ਜੀ ਗੱਲ ਕਰਕੇ ਆ ਗਿਆ। ਇਹ ਤੇ ਭੁੱਲਣ ਵਾਲਾ ਸੀ, ਭੁੱਲ ਗਿਆ। ਇਹਦਾ ਸੁਭਾਅ ਹੈ, ਇਹਨੇ ਆਪਣੇ ਸੁਭਾਅ ਮੁਤਾਬਕ ਗਲਤੀ ਕਰ ਲਈ। ਪਰ ਤੇਰਾ ਤੇ ਸੁਭਾਅ ਬਖਸ਼ੰਦ ਹੈ ਨਾ, ਜੇ ਇਹ ਆਪਣੇ ਸੁਭਾਅ ਮੁਤਾਬਕ ਕਰਦਾ ਤੇ ਤੂੰ ਆਪਣੇ ਸੁਭਾਅ ਦੇ ਅਨੁਸਾਰ ਕਰ, ਇਹਨੂੰ ਬਖਸ਼ ਲੈ। ਇਹਦੇ ਵੱਲ ਨਾ ਦੇਖ, ਤੂੰ ਆਪਣੇ ਸੁਭਾਅ ਵੱਲ ਦੇਖ। ਤੇਰਾ ਤੇ ਸੁਭਾਅ ਹੈ ਨਾ,
जो शन आवे तिस कंठ लावे। बिरद स्वामी संदा मेरे मालिक का सुभाव ही हो जाए। हमरी गणत न गणिया काई अपना बिरद पछाण, हाथ दे रखे करे अपने सदा सदा रंगमान। मालिक ने मैनू हाथ दे के रख लिया। सारी जिंदगी मैं अपनी जिंदगी नू माने है। अज गुरपुरब भी मना रहे हैं। दोपहर के दीवान च समुची गुरु के जीवन की विचार करांगा। हुण सिर्फ इन्नी बेनती करनी चाहुंदा है, हाले तक मनुख नूं ये पता नहीं लगा भाई जे तू अपनी जिंदगी नूं मानना चाहुंदा है ना तो गुरु कोल आ जा। बंदा घर वड्डा बना लैंदा है, बंदा पैसे बहुत जोड़ लैंदा है, पर चेते रखियो कोई दुनिया च दुकान नहीं जिथे आनंद विकदा होवे। गुरु अमरदास जी का बड़े लंबे समय का तजर्बा है। वो कहते मैं जिन्होंने भी मिलता सी सारे ही कहते सी भी आनंद है, आनंद आनंद सबको कहें। सारे कहते सी तीर्थां ते जाने वाला भी, वो वैष्णो साधु भी, वो जेड़ा लोगों के हथ देखते सारे मैनू कहते सी असी तो आनंद विच है। पर अज मैं दसदा आनंद गुरु ते जाने। गुरु अंगद साहब जी को आके आनंद मिलिया मैनू। कहन सारे कहते ने, साहब जी आखते ने बंद पाए मेरे मालिक ने कृपा कर दी। हमरी गणत न गणिया काई अपना बिरद पछाण, हाथ दे राखे करे अपने। उन्हें हाथ दे के रख लिया। सदा सदा रंगमान सदीब काल जो मेरे कोल है मैं उदा आनंद माणिया, जिंदगी नूं कट्टिया नहीं है। अगलियां पंक्तियां ने, जियो पाए पिंड जिन साजिया। जियो पाए, जियो का अर्थ होंदा जिंद। मेरे शरीर की कीमत तेरे करके है। जिदन तेरी जिंद निकल जाती है ना, आई शरीर होंदा है जिहदा मूँह देखण तो भी लोग डरते हैं। मैं बड़ी बारी एक उदाहरण देना, किसी नूं एंबूलेंस लेके जावे ना तो फलाने नूं कहंदे भी कौन गया है, वो कहंदे फलाना ढिला हो गया उन्होंने लेके गए एंबूलेंस लेके, ਉਹਦਾ ਨਾਂ लवांगे। रब ना करे भाणा वरत जाए तो फिर कोई ਉਹਦਾ ਨਾਂ लेके नहीं गल करता। फिर हरेक बंदा कहता भी डैड बॉडी किन्ने बजे आनी है, डैड बॉडी किन्ने बजे मिलनी है। हुण नहीं ਉਹਦਾ कोई ਨਾਂ लैंदा क्योंकि जिहड़ा ਨਾਂ सी ਉਹ ਤੇ उड़ गया। एक पद तेरी जिद्दी जिंद चली जाए तो मेरी कोई कौडी कीमत नहीं पाउंदा। तू मेहरबान है जिहड़ी जिंद रखी हुई है, और जिन्ना चिर तू ना कटे तो कोई कट नहीं सकता। जिसनू तू रखवाला मारे तिसे कौन। ते वाहिगुरु जी तेरिया मेहरबानियां ने। जियो पाए पिंड जिन साजिया, जिद्दा पहनण खान, मैनू खान ते पहनण नूं भी दिता है। एक कवि बालम दियां पंक्तियां ने बड़ियां प्यारियां। जिस रोज रजा थी निम्मिया तू, जेड़े दिन तेनू मालिक ने पैदा किया है मां दे उदर विच। जिस रोज रजा थी निम्मिया तू, कीती उदों तो राजक तैयार रोजी। रोजी खाण वाले आउंदे बहुत मगरों, पहला करदी है इंतजार रोजी। मां दे सीने दे सोल खजानियां चों बहंदी बन के दुध दी धार रोजी। बालम उस नूं किस दी परवाह होसी, जदों देवनहार आप दातार रोजी। जदों तू मां दे पेट विच सी, जिहड़ा तेरी ओठे प्रतिपालना कर सकदा है, कि मना तेनू बाहर नहीं भरोसा भी। हो जियो पाए पिंड जिन साजिया, जिद्दा पहनण खान। फिर कला खान पहनण नूं ही नहीं दिता, अपने दास की आप पैज राखी। ये ना कहे मना भी मैं गलत काम नहीं करता,
ਇਹ ਕਹਿ ਤੂੰ ਕਿਰਪਾ ਕਰਦਾ ਗਲਤ ਕਰ ਨਹੀਂ ਦਿੰਦਾ, ਮੌਕਾ ਹੀ ਨਹੀਂ ਦਿੰਦਾ ਮੈਨੂੰ, ਕਰ ਲੈਣਾ ਸੀ ਮੈਂ। ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਤ ਕੁਰਬਾਨ, ਤੇਰੀਆਂ ਮਿਹਰਬਾਨੀਆਂ ਤੋਂ ਮੈਂ ਸਦਕੇ ਜਾਣਾ। ਆਓ ਪਿਆਰ ਵਾਲਿਓ, ਰੱਬ ਦੇ ਦਿੱਤੇ ਪਰਉਪਕਾਰਾਂ ਨੂੰ ਚੇਤਾ ਕਰਿਆ ਕਰੀਏ। ਸ਼ਿਕਵੇ ਸ਼ਿਕਾਇਤਾਂ ਹੀ ਕਰੀ ਜਾਣਾ ਮਨਾ, ਸ਼ੁਕਰਾਨਾ ਕਰਨਾ ਸਿੱਖ ਲੈ। ਜਦੋਂ ਸ਼ੁਕਰਾਨਾ ਕਰਨਾ ਸਿੱਖ ਲਿਆ, ਫਿਰ ਮਾਲਕ ਦੇ ਨੇੜੇ ਹੋ ਜਾਏਗਾ, ਉਹਦੇ ਨਾਲ ਨੇੜਤਾ ਬਣ ਜਾਏਗੀ। ਜਿਸ ਕੀ ਵਸਤ ਤਿਸ ਆਗੇ ਰੱਖੈ, ਪ੍ਰਭ ਕੀ ਆਗਿਆ ਮਾਨੈ ਮਾਥੈ, ਉਸ ਤੇ ਚੌਗਣ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਇਆਲ। ਇਤਨੀ ਹੀ ਬੇਨਤੀਆਂ ਕਬੂਲ ਕਰਨੀਆਂ, ਭੁੱਲਾਂ ਚੁੱਕਾਂ ਦੀ ਖਿਮਾ। ਅਦਬ ਸਤਿਕਾਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।